ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਆਦ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਸ਼ੋਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ, ਹਰ ਸਾਲ ਇਸ ਮਹੀਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅਨੰਨ ਗੁਰਸਿੱਖ 6 ਪਾਤਸ਼ਾਹੀਆਂ ਦੇ ਦੀਦਾਰ ਕਰਨ ਹਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਸਾਹਿਬ ਜੀ ਸੱਚ ਏਵੇ ਗੁਰਬਾਣੀ ਕੁਰਬਾਨੀ ਔਰ ਸ਼ਸਤਰਧਾਰੀ ਜੁਝਾਰੂ ਸਮਾਂ ਯੁੱਗ ਉਹਨਾਂ ਆਪਣੀਆਂ ਅੱਖਾਂ ਨਾਲ ਦੇਖਿਆ। 3 ਸ਼ਬਦ ਮੈਂ ਫਿਰ ਰਿਪੀਟ ਕਰ ਲੱਗਾ। ਗੁਰਬਾਣੀ, ਉਹਨਾਂ ਨੇ ਹਜ਼ੂਰ ਨੂੰ ਗੁਰਬਾਣੀ ਉਚਾਰਨ ਕਰਦਿਆਂ ਸੁਣਿਆ ਤੇ ਅੱਖਾਂ ਨਾਲ ਦੇਖਿਆ। ਬਾਬਾ ਬੁੱਢਾ ਸਾਹਿਬ ਜੀ ਨੇ 5 ਗੁਰੂ ਸਾਹਿਬਾਨ ਨੂੰ ਉਹਨਾਂ ਨੇ ਆਪਣੇ ਨੇਤਰਾਂ ਨਾਲ ਗੁਰੂ ਅਰਜਨ ਦੇਵ ਜੀ ਨੂੰ ਕੁਰਬਾਨੀ ਦੇਣ ਲੱਗਿਆਂ ਵਿਦਾਇਗੀ ਦਿੱਤੀ, ਆਪਣੇ ਨੇਤਰਾਂ ਨਾਲ ਜਾਂਦਿਆਂ ਦੇਖਿਆ। ਗੁਰਬਾਣੀ ਕੁਰਬਾਨੀ ਤੇ ਤੀਸਰਾ ਸ਼ਬਦ ਦਾਸ ਨੇ ਵਰਤਿਆ ਹੈ ਕਿ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤਨ ਤੇ ਸ਼ਸਤਰ ਸਜਾਏ ਤੇ ਹਜ਼ੂਰ ਨੂੰ ਮੈਦਾਨ ਫਤਿਹ ਕਰਦਿਆਂ ਹੋਇਆਂ ਵੀ ਉਹਨਾਂ ਦੇਖਿਆ। ਮੇਰੇ ਕਹਿਣ ਤੋਂ ਮੁਰਾਦ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਦੀ ਸਿਮਰਤੀ ਵਿੱਚ ਹਰ ਸਾਲ ਇਹ ਵਿਸ਼ੇਸ਼ ਦੀਵਾਨ ਆਯੋਜਿਤ ਕੀਤੇ ਜਾਂਦੇ ਨੇ। ਪਰ ਇਸ ਵਰੇ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਜਾਂ 550 ਸਾਲਾ ਆਗਮਨ ਗੁਰਪੁਰਬ ਨੂੰ ਸਮਰਪਿਤ ਇਹ ਸਮਾਗਮ ਨਾਲ ਆਯੋਜਿਤ ਕੀਤੇ ਗਏ ਨੇ। ਜਿਵੇਂ ਭਾਈ ਸਾਹਿਬ ਜੀ ਨੇ ਦੱਸਿਆ, ਹਰ ਸਾਲ ਸਤਿਗੁਰੂ ਜਿੰਨੀ ਕੁ ਸੋਝੀ ਬਖਸ਼ਦੇ ਆ, ਆਪਾਂ ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚੋਂ ਵਿਚਾਰ ਕਰਨੇ ਖਾਂ। ਇਸ ਵਰੇ ਮਨ 'ਚ ਸੀ
ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪੁਰਬ ਹੈ ਤੇ ਸ਼ਾਇਦ 14 ਦਿਨ ਮੈਨੂੰ ਕਿਤੇ ਵੀ ਇੱਕ ਥਾਂ ਤੇ ਕੇ ਨਿੱਠ ਕੇ ਨਾ ਮਿਲਣ, ਕਿਉਂਕਿ ਭਾਵੇਂ ਯੂਰਪ ਵਿੱਚ ਵੀ ਜਾਵਾਂ 2 ਦਿਨ ਇੱਕ ਮੁਲਕ, 3 ਦਿਨ ਇੱਕ ਮੁਲਕ, ਪਰ ਇੱਥੇ 14 ਕੁ ਦਿਨ ਆਪਾਂ ਨੂੰ ਨਿੱਠ ਕੇ ਮਿਲ ਗਏ ਆ। ਆਪਾਂ ਸਾਰਿਆਂ ਨੇ ਰਲ ਕੇ ਗੁਰੂ ਨਾਨਕ ਸਾਹਿਬ ਜੀ ਦੇ ਜਪ ਦੀ ਵਿੱਚੋਂ ਉਸਤਤ ਕਰਨੀ ਹੈ। ਮੈਂ ਆਪ ਨੂੰ ਅਰਥ ਨਹੀਂ ਕੋਈ ਸਿਖਾਣੇ, ਮੈਂ ਫਿਰ ਬੇਨਤੀ ਕਰਾਂਗਾ, ਆਪਾਂ ਸਾਰਿਆਂ ਨੇ ਰਲ ਕੇ ਬਾਬਾ ਜੀ ਦੇ ਸਿਫਤ ਦੇ ਗੀਤ ਗਾਉਣੇ ਆ। ਆਓ ਅੱਜ ਅਸੀਂ ਆਰੰਭਤਾ ਕਰਾਂਗੇ। ਕੱਲ ਤੋਂ 2 ਪੌੜੀਆਂ 3 ਪੌੜੀਆਂ ਜਿਵੇਂ ਚੱਲੇਗਾ, ਪਰ ਆਪਣਾ ਮਰਕਜ਼ ਇਹ ਹੋਵੇਗਾ ਕਿ ਵੱਧ ਤੋਂ ਵੱਧ ਜਿੰਨੀ ਕੁ ਦਾਤੇ ਸੋਝੀ ਦਿੱਤੀ ਅਸੀਂ ਹਜ਼ੂਰ ਦੇ ਅੱਖਰੀ ਅਰਥਾਂ ਨੂੰ ਵਿਚਾਰ ਸਕੀਏ ਤੇ ਸੰਗਤ ਸੁਣੇ। ਮੈਂ ਜੇ ਬੋਲਾਂ ਮੈਂ ਵੀ, ਜਦੋਂ ਸਾਨੂੰ ਅਰਥਾਂ ਦੀ ਸਮਝ ਪੈ ਜਾਏਗੀ ਨਾ, ਤੇ ਸੱਚ ਇਹ ਵੇ ਪਾਠ ਕਰਨ ਵਿੱਚ ਰਸ ਪਹਿਲਾਂ ਵੀ ਹੈ, ਜਦੋਂ ਅਰਥ ਦੀ ਸਮਝ ਪੈ ਜਾਏਗੀ ਤੇ ਹਜ਼ੂਰ ਦੇ ਬਚਨ ਹੋਰ ਵੀ ਸਾਡੇ ਤੁਰ ਅੰਦਰ ਧਸ ਜਾਣਗੇ। ਆਪ ਅਸੀਸ ਬਖਸ਼ੋ ਅੱਜ ਆਰੰਭਤਾ ਤੇ, ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਆਪ ਉਪਸਥਿਤ ਹੋ, ਜਾਂ ਆਪ ਘਰਾਂ ਵਿੱਚ ਦੇਸ਼ ਵਿਦੇਸ਼ ਬੈਠੇ ਇਸ ਅਸਥਾਨ ਤੋਂ ਇਸ ਸਮਾਗਮ ਨੂੰ ਦੇਖ ਰਹੇ ਹੋ, ਸੁਣ ਰਹੇ ਹੋ, ਅੱਜ ਆਰੰਭਤਾ ਹੈ। ਇਸ ਕਰਕੇ ਮੈਂ 2-4 ਮਿੰਟ ਆਪ ਜੀ ਦੇ ਇਹ ਲਏ ਆ। ਅਸੀਸ ਬਖਸ਼ਦੇ ਹੋਏ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਅਰਜਨ ਦੇਵ ਜੀ ਨੇ ਜਿਸ ਵਕਤ ਤਰਤੀਬ ਦਿੱਤੀ ਹੈ ਤੇ ਸਭ ਤੋਂ ਪਹਿਲਾਂ ਜਿਹੜੀ ਬਾਣੀ ਦਰਜ ਕੀਤੀ, ਉਸ ਬਾਣੀ ਨੂੰ 2 ਸ਼ਬਦ ਅਸੀਂ ਆਪਣੇ ਕੋਲੋਂ ਦੇਨੇ ਆ। ਇੱਕ ਸ਼ਬਦ ਹਜ਼ੂਰ ਦਾ ਹੈ, ਬਾਣੀ ਹੈ ਜਪ। ਅਸੀਂ ਅਦਬ ਸਹਿਤ ਇਸ ਬਾਣੀ ਨੂੰ ਜਪ ਜੀ ਸਾਹਿਬ ਕਹਿੰਦੇ ਹਾਂ। ਕੁਝ ਪੁਰਾਤਨ ਹਸਤ ਲਿਖਤ ਜਿਹੜੇ ਸਵਰੂਪ ਨੇ, ਇਸ ਬਾਣੀ ਦਾ ਨਾਮ ਉਹਨਾਂ ਸਵਰੂਪਾਂ ਦੇ ਵਿੱਚ ਜਪ ਨੀਸਾਨ ਹੈ। ਪੁਰਾਤਨ ਜਨਮ ਸਾਖੀ ਵਾਲਾ ਕਹਿੰਦਾ, ਤਬ ਬਾਬਾ ਬੋਲਿਆ ਜਪ ਆਸਾ ਮਹੱਲਾ ਪਹਿਲਾ। ਪਰ ਆਪਾਂ ਜੋ ਸਾਡੇ ਕੋਲ ਸਵਰੂਪ 'ਚ ਇਸ ਬਾਣੀ ਦਾ ਨਾਮ ਜਪ ਨੀਸਾਨ ਹੈ। ਜੇ ਸਾਨੂੰ ਗੁਰੂਦੇਵ ਨੇ ਸਰਲੇਖ ਦਿੱਤਾ ਹੈ, ਗੁਰਬਾਣੀ ਦੇ ਹਰ ਸਰਲੇਖ ਦੇ ਜਿਹੜੇ ਅਰਥ ਨੇ ਉਹ ਵੀ ਬਹੁਤ ਗਹਿਰੇ ਆ। ਆਪਾਂ ਜਿਤਨੀ ਵੀ ਕਥਾ ਕਰਾਂਗੇ, ਪਰ ਮੈਂ ਜ਼ਰੂਰ ਆਪ ਤੋਂ ਸਿੱਖਾਂਗਾ, ਕਿਉਂਕਿ ਮੈਂ ਕਿਸੇ ਵੀ ਅਰਥ ਵਿੱਚ ਆਪਣਾ ਦਾਅਵਾ ਨਹੀਂ ਪੇਸ਼ ਕਰਨਾ, ਕਿਉਂਕਿ ਇਸ ਦੇ ਅਰਥ ਅਸੀਂ ਮੁਕੰਮਲ ਨਹੀਂ ਕਰ ਸਕਾਂਗੇ। ਉਹ ਮੈਂ ਨਾਲ ਨਾਲ ਬੇਨਤੀ ਕਰੀ ਜਾਵਾਂਗਾ। ਕਿਉਂਕਿ ਸਭ ਤੋਂ ਜ਼ਿਆਦਾ ਜਪਜੀ ਸਾਹਿਬ ਦੇ ਅਰਥ ਹੋਏ ਆ। ਸਭ ਤੋਂ ਵੱਧ ਜੇ ਟੀਕੇ ਨੇ ਤੇ ਜਪਜੀ ਸਾਹਿਬ ਦੇ ਨੇ। ਦੂਸਰੀ ਗੱਲ ਕਿ ਸਭ ਤੋਂ ਜ਼ਿਆਦਾ ਕਥਾ ਜੇ ਕਿਸੇ ਅਨ ਮਤ ਵਾਲਿਆਂ ਨੇ ਵੀ ਕੀਤੀ, ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਇਸ ਜਪ ਸਾਹਿਬ ਦੀ ਕਥਾ ਗੁਰੂ ਸਾਹਿਬਾਨ ਨੇ ਵੀ ਕੀਤੀ ਹੈ। ਜਪਜੀ ਸਾਹਿਬ ਦਾ ਪਾਠ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਹੈ। ਬਾਣੀ ਅਸੀਂ ਜਪ ਜੀ ਸਾਹਿਬ ਵੀ ਕਹਿੰਦੇ। ਅਸਲ 'ਚ ਤਤਕਰੇ ਵਿੱਚ ਹੈ ਸ਼ਬਦ ਜਪ ਨੀਸਾਨ। ਮੈਂ ਬੇਨਤੀ ਕੀਤੀ, ਮਹਾਂਪੁਰਖਾਂ ਨੇ, ਵਿਦਵਾਨਾਂ ਨੇ, ਸਾਰਿਆਂ ਨੇ ਯਤਨ ਕੀਤਾ ਵੀ ਇਸ ਸ਼ਬਦ ਦੀ ਘੋਖ ਵਿੱਚ ਉਂਝ ਨਿਸ਼ਾਨ ਸ਼ਬਦ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਵਿੱਚ ਵੀ ਵਰਤਿਆ ਹੈ। ਗਾਵੇ ਕੋ ਦਾਤ ਜਾਣੈ ਨਿਸ਼ਾਨ, ਤਿੱਥੈ ਸੋਣ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ ਸ਼ਬਦ ਵਰਤਿਆ। ਉੱਥੇ ਨਿਸ਼ਾਨ ਦਾ ਅਰਥ ਚਿੰਨ੍ਹ ਹੈ। ਪਰ ਕੁਝ ਵਿਦਵਾਨ ਕਹਿੰਦੇ ਆ ਕਿ ਉਹਨਾਂ ਨੇ 5 ਅਰਥ ਇਸ ਸ਼ਬਦ ਦੇ ਲੱਭੇ। ਵੈਸੇ ਤਾਂ ਬਹੁਤ ਅਰਥ ਨੇ। ਇੱਕ ਨਿਸ਼ਾਨ ਦਾ ਲਫ਼ਜ਼ੀ ਅਰਥ ਹੈ ਜੀ ਨਗਾਰਾ। ਜਿਹੜਾ ਆਪਾਂ ਨਗਾਰਾ ਵਜਾਉਂਦੇ ਆ, ਇਸ ਨੂੰ ਵੀ ਨਿਸ਼ਾਨ ਕਿਹਾ ਜਾਂਦਾ ਹੈ। ਦੂਸਰਾ ਨਿਸ਼ਾਨ ਦਾ ਅਰਥ ਹੈ ਧੁਜਾ, ਝੰਡਾ, ਫਲੈਗ, ਜਿਵੇਂ ਆਪਾਂ ਨਿਸ਼ਾਨ ਸਾਹਿਬ ਕਹਿੰਦੇ। ਤੀਸਰਾ ਨਿਸ਼ਾਨ ਦਾ ਅਰਥ ਹੈ ਚਿੰਨ੍ਹ, ਕਿ ਆਹ ਨਿਸ਼ਾਨੀ ਪੈ ਗਈ, ਨਿਸ਼ਾਨ ਪੈ ਗਿਆ। ਤੇ ਸੱਚ ਇਹ ਵੇ, ਚੌਥਾ ਨਿਸ਼ਾਨ ਦਾ ਅਰਥ ਹੈ ਕਿ ਸਾਈਨ ਕਰਨੇ, ਸਿਗਨੇਚਰ ਕਰਨੇ, ਸਹੀ ਪਾਣੀ।
ਤੇ ਪੰਜਵਾਂ ਨਿਸ਼ਾਨ ਦਾ ਲਫ਼ਜ਼ੀ ਅਰਥ ਹੈ ਜੀ ਰਾਹਦਾਰੀ। ਬੇਨਤੀ ਸੁਣਿਓ ਗੁਰਮੁਖੋ, ਇਹਦਾ ਮਤਲਬ ਨਿਸ਼ਾਨ ਦਾ ਅਰਥ ਨਿਸ਼ਾਨੀ, ਸਾਈਨ ਕਰਨੇ, ਝੰਡਾ, ਨਗਾਰਾ ਤੇ ਰਾਹਦਾਰੀ। ਰਾਹਦਾਰੀ ਬੜਾ ਪੁਰਾਣਾ ਸ਼ਬਦ ਹੈ। ਦੂਸਰੀ ਗੱਲ ਕਿ ਜਪਜੀ ਸਾਹਿਬ ਆਰੰਭ ਵਿੱਚ, ਨਿਤਨੇਮ ਦੇ ਆਰੰਭ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿੱਚ, ਅੰਮ੍ਰਿਤੀ ਬਾਣੀ ਦੇ ਆਰੰਭ ਵਿੱਚ, ਤੇ ਸੱਚ ਇਹ ਵੇ ਕਿ ਜਿਨ੍ਹਾਂ ਨੇ ਕਦੀ ਜਪਜੀ ਸਾਹਿਬ ਨਹੀਂ ਪੜ੍ਹਿਆ, ਮੈਂ ਕਹਾਂਗਾ ਜਿਸ ਨੇ ਕਦੀ ਵੀ ਜਪਜੀ ਸਾਹਿਬ ਨਾ ਪੜ੍ਹਿਆ, ਉਹਦਾ 550 ਸਾਲਾ ਪੁਰਬ ਇਹ ਮਨਾਇਆ ਜਾਣਾ ਵੀ ਅੱਜ ਤੋਂ ਬਾਅਦ ਮੈਂ ਸਾਰੀ ਜ਼ਿੰਦਗੀ ਕਦੀ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਨਹੀਂ ਛੱਡਣਾ। ਬਸ ਚੇਤੇ ਰੱਖਿਓ, ਸਮਝੋ ਗੁਰੂ ਨਾਨਕ ਸਾਹਿਬ ਦਾ ਅਸੀਂ ਪੁਰਬ ਮਨਾ ਲਿਆ। ਇੱਕ ਹੈ ਜਪਜੀ ਬੋਲ ਕੇ ਕਰਨਾ, ਦੂਸਰਾ ਹੈ ਬੋਲਣ ਤੋਂ ਬਾਅਦ ਉਹਨੂੰ ਕੰਠ ਕਰ ਲੈਣਾ, ਜ਼ਬਾਨੀ। ਤੀਸਰਾ ਹੈ ਕਿ ਜਪਜੀ ਸਾਹਿਬ ਦਾ ਪਾਠ ਸੁਰਤ ਨਾਲ ਕਰਨਾ। ਵਾਹਿਗੁਰੂ ਜੀ ਇਸ ਨੂੰ ਫਿਰ ਹਾਲਾਂਕਿ ਪੜ੍ਹਦਿਆਂ ਵੀ ਆਪਾਂ ਸੁਰਤ ਟਿਕਾਣੇ, ਪਰ ਮਨ ਇੰਨਾ ਚੰਚਲ ਹੈ, ਕਈ ਵਾਰੀ ਅੱਖਾਂ ਅੱਖਰ ਦੇਖਦੀਆਂ ਨੇ ਤੇ ਜ਼ਬਾਨ ਚਲੰਤ ਹੁੰਦੀ ਏ। ਉਹ ਅੱਖਰਾਂ ਨੂੰ ਦੇਖਦਿਆਂ ਚਲੰਤ ਜ਼ਬਾਨ ਸਾਰਾ ਜਪਜੀ ਸਾਹਿਬ, ਗੁਟਕਾ ਸਾਹਿਬ ਤੋਂ, ਪੋਥੀ ਸਾਹਿਬ ਤੋਂ ਪੜ੍ਹ ਜਾਂਦੀ ਹੈ, ਪਰ ਮਨ ਕਈ ਵਾਰੀ ਗੈਰ ਹਾਜ਼ਰ ਰਹਿੰਦਾ ਹੈ। ਪੜ੍ਹਿਆ ਜਾਂਦਾ ਹੈ, ਕੋਈ ਸ਼ੱਕ ਨਹੀਂ, ਕਿਉਂਕਿ ਚਲੰਤ ਹੈ ਪਾਠ। ਦੂਸਰੀ ਗੱਲ, ਕਈ ਵਾਰੀ ਅਸੀਂ ਗੁਟਕਾ ਸਾਹਿਬ ਤੋਂ ਨਹੀਂ ਕਰਦੇ, ਸਿਰਫ ਅਸੀਂ ਜ਼ਬਾਨੀ ਪਾਠ ਕਰਨੇ ਆ। ਪਾਠ ਉਦੋਂ ਵੀ ਚਲੰਤ ਹੈ ਤੇ ਮਨ ਇੰਨਾ ਚਲਾਕ ਹੈ, ਹੁਣ ਅੱਖਾਂ ਕੰਮ ਨਹੀਂ ਕਰ ਰਹੀਆਂ ਕਿਉਂਕਿ ਜ਼ਬਾਨ ਪਾਠ ਜ਼ਿਹਨ ਚ ਕੰਠ ਹੈ। ਸਾਡੇ ਦਿਮਾਗ ਵਿੱਚੋਂ, ਜ਼ਿਹਨ ਵਿੱਚੋਂ ਉਹ ਪਾਠ ਜੋ ਚੇਤਾ ਸ਼ਕਤੀ ਚ ਪਿਆ, ਉਹ ਤੁਕਾਂ ਨਿਕਲ ਗਈਆਂ। ਜ਼ਬਾਨ ਬੋਲੇਗੀ ਤੇ ਮਨ ਕਈ ਵਾਰੀ ਬੇਈਮਾਨੀ ਕਰਕੇ ਵਿੱਚੋਂ ਗੈਰ ਹਾਜ਼ਰ ਹੋ ਜਾਂਦਾ ਹੈ। ਪਾਠ ਹੋ ਰਿਹਾ ਪਰ ਮਨ ਹਾਜ਼ਰ ਨਹੀਂ। ਪਰ ਮੈਂ ਇੱਕ ਬੇਨਤੀ ਕਰਾਂਗਾ ਕਿ ਉਂਝ ਵੈਸੇ ਇਹਨੂੰ ਸਾਧਨ ਲਈ ਤਾਂ 9 ਦਰਵਾਜ਼ੇ ਬੰਦ ਕਰਕੇ ਅੰਦਰ ਕਾਬੂ ਆਉਂਦਾ ਹੈ। ਗੁਰੂ ਸਾਹਿਬ ਜੀ ਨੇ ਬਚਨ ਵੀ ਕੀਤਾ ਹੈ ਕਿ ਜੇ ਇਹ ਸਾਧੇ ਜਾਣ, ਇਹ ਬੰਦ ਹੋ ਜਾਣ, ਜਿਹਨੂੰ ਅਸੀਂ ਪਾਠ ਇਹ ਕਰਨੇ ਆ, ਗੁਰਦ ਖਲਾਈ ਮੋਰੀ ਜਿਤ ਮਿਰਗ ਪਰਤ ਹੈ ਚੋਰੀ, ਮੂੰਦ ਲੀਏ ਦਰਵਾਜ਼ੇ ਬਾਜੀਲੇ ਅਨਹਦ ਬਾਜੇ। ਭਾਈ ਸਾਹਿਬ ਕਹਿੰਦੇ ਚਰਮ ਦ੍ਰਿਸ਼ਟ ਮੂੰਦ ਪੇਖੈ ਦ੍ਰਿਬ ਦ੍ਰਿਸ਼ਟ ਕੈ, ਨਾਦ ਬਾਦ ਪਰ ਅਨਹਤ ਲਿਬ ਲਾਵੇ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਚੰਮ ਵਾਲੀ ਦ੍ਰਿਸ਼ਟੀ ਬੰਦ ਹੋ ਜਾਏ ਤੇ ਅੰਦਰੋਂ ਬ੍ਰਹਮ ਵਾਲੀ ਦ੍ਰਿਸ਼ਟੀ ਆਪਣੇ ਆਪ ਪੈਦਾ ਹੋ ਜਾਏਗੀ। ਪਰ ਫਿਰ ਵੀ ਸਿਮਰਨ ਕਰਦੇ ਹਾਂ, ਜੇ ਮੰਨ ਲਓ ਸਾਨੂੰ ਜ਼ਬਾਨੀ ਕੰਠ ਹੈ ਜਪਜੀ ਸਾਹਿਬ, ਅਭਿਆਸ ਵੈਸੇ ਕਰਨਾ ਚਾਹੀਦਾ। ਇਹਦੇ ਅੱਗੇ ਜਪ ਸ਼ਬਦ ਆਵੇਗਾ, ਉੱਥੇ ਮੈਂ ਬੇਨਤੀ ਕਰਨਾ ਆਪਾਂ ਸੁਰਤ ਨਾਲ ਪਾਠ ਕਰੀਏ। ਜ਼ਬਾਨ ਵੀ ਨਹੀਂ ਚੱਲ ਰਹੀ, ਅੱਖਾਂ ਅੱਖਰ ਨਹੀਂ ਦੇਖ ਰਹੀਆਂ, ਗੱਲਾਂ ਦੋ ਨੇ, ਇੱਕ ਦਿਮਾਗ ਵਿੱਚ ਪਏ ਕੋਈ ਸ਼ਬਦ ਨੇ, ਦੂਜਾ ਸੁਰਤ ਨੇ ਉਹਨੂੰ ਵਾਚਣਾ। ਕਈ ਵਾਰੀ ਜ਼ਬਾਨ ਬੋਲਦੀ ਹੋਵੇ ਤੇ ਸੱਚੀ ਮੁੱਚੀ ਮਨ ਵਿੱਚੋਂ ਨਿਕਲ ਜਾਂਦਾ ਹੈ, ਪਰ ਗੁਰਮੁਖੋ ਜੇ ਆਪਾਂ ਜ਼ਬਾਨ ਵਾਲਾ ਦਰਵਾਜ਼ਾ ਬੰਦ ਕਰ ਦਈਏ, ਸਿਰਫ ਜ਼ਿਹਨ ਵਿੱਚੋਂ ਸੁਰਤ ਰਾਹੀਂ ਉਹਨਾਂ ਅੱਖਰਾਂ ਦਾ ਜਾਪ ਕਰੀਏ, ਜਿੱਥੇ ਧਿਆਨ ਉਖੜੇਗਾ ਉਸ ਤੋਂ ਅੱਗੇ ਤੁਕ ਸਾਡੀ ਚੱਲ ਨਹੀਂ ਸਕਣੀ, ਕਿਉਂਕਿ ਨਾ ਤਾਂ ਜ਼ਬਾਨ ਕੰਮ ਕਰ ਰਹੀ ਤੇ ਨਾ ਅਸੀਂ ਅੱਖਾਂ ਨਾਲ ਦੇਖ ਰਹੇ ਹਾਂ। ਦੂਸਰੀ ਗੱਲ, ਇਸ ਸ਼ਬਦ ਦਾ ਪਾਠ, ਇਸ ਬਾਣੀ ਦਾ ਗੁਰਮੁਖਾਂ ਮਹਾਂਪੁਰਖਾਂ ਨੇ, ਅਨੇਕਾਂ ਨੇ, ਮੈਂ ਕਿਸ ਕਿਸ ਦਾ ਨਾਂ ਲਵਾਂ, ਸਿੱਖ ਜਗਤ 'ਚ ਮਹਾਨ ਸੂਰਬੀਰਾਂ ਨੇ ਇਸ ਦੇ ਸੈਂਕੜੇ ਸੈਂਕੜੇ ਪਾਠ ਰੋਜ਼ ਕੀਤੇ ਆ। ਇੱਥੋਂ ਤੱਕ ਸਿਰਫ ਇੱਕ ਉਦਾਹਰਨ, ਬਾਬਾ ਬੁੱਢਾ ਸਾਹਿਬ ਜੀ ਬਾਰੇ ਅਸੀਂ ਹਰ ਸਾਲ ਪੜ੍ਹਨੇ ਕਿ ਬਾਬਾ ਜੀ ਨੇ ਜਦੋਂ ਅੰਮ੍ਰਿਤ ਵੇਲੇ ਚੋਲਾ ਤਿਆਗਿਆ ਤੇ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਸਨਮੁਖ ਜਿੰਨੀ ਸੰਗਤ ਬੈਠੀ ਸੀ, ਉੱਚੀ ਆਵਾਜ਼ ਵਿੱਚ ਬੋਲ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਭੋਗ ਪਾਇਆ ਸੀ। ਫਿਰ ਉਹਨਾਂ ਨੇ ਸਰੀਰ ਤਿਆਗਿਆ। ਮੈਂ ਬੇਨਤੀ ਕਰਾਂ, ਚਾਂਦਨੀ ਚੌਂਕ 'ਚ ਅਸੀਂ ਅੱਜ ਚੌਂਕ ਦੇਖਨੇ ਆ, ਜਿੱਥੇ ਭਾਈ ਮਤੀ ਦਾਸ ਜੀ ਦੇ ਸਰੀਰ ਦੇ ਆਰੇ ਨਾਲ 2 ਖੰਡ ਕੀਤੇ, 2 ਟੁਕੜੇ ਕੀਤੇ। ਸਾਡੀ ਤਵਾਰੀ ਕਹਿੰਦੀ ਹੈ ਕਿ ਉਹਦੇ ਟੁਕੜਿਆਂ ਵਿੱਚੋਂ ਵੀ ਜਪਜੀ ਸਾਹਿਬ ਦੀ ਆਵਾਜ਼ ਆਉਂਦੀ ਰਹੀ। ਭਾਈ ਸੰਤੋਖ ਸਿੰਘ ਨੇ ਲਿਖਿਆ, ਅਰਧੋ ਉਰਦ ਚਰਾਏ ਸੋ ਦਾਰਾ, ਪਰਿਓ ਪ੍ਰਿਥਵੀ ਪਰ ਖਵੈ ਦੁਵੈ ਫਾਰਾ, ਦੋਨੋਂ ਤਨ ਤੇ ਜਪਜੀ ਪੜੈ, ਹੇਰਤ ਸਭ ਕੈ ਅਚਰਜ ਬੜੈ। ਦੂਸਰੀ ਗੱਲ, ਦੂਸਰੇ ਦਿਨ ਗੁਰੂ ਤੇਗ ਬਹਾਦਰ ਸ਼ਹੀਦ ਹੁੰਦੇ। 10 ਨਵੰਬਰ 1675 ਨੂੰ 3 ਸਿੱਖ ਸ਼ਹੀਦ ਹੁੰਦੇ ਆ। 11 ਨਵੰਬਰ 1675 ਨੂੰ ਦੁਪਹਿਰ ਦੇ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਤੋਂ ਪਹਿਲਾਂ
ਸੀਸਗੰਜ ਦੇ ਥੱਲੇ ਪਿੱਛੇ ਖੂਹੀ ਹੈ, ਉੱਥੇ ਇਸ਼ਨਾਨ ਕਰਦੇ ਆ, ਬੋਰਡ ਥੱਲੇ ਆਉਂਦੇ ਨੇ, ਬੈਠਦੇ ਨੇ। ਉਸ ਵਕਤ ਕਾਜੀ ਨੂੰ, ਜਲਾਦ ਨੂੰ, ਦਰੋਗੇ ਨੂੰ ਸਿਰਫ ਇੱਕੋ ਸ਼ਬਦ ਕਹਿੰਦੇ ਆ ਕਿ ਅਸੀਂ ਜਪ ਦਾ ਪਾਠ ਸ਼ੁਰੂ ਕਰਾਂਗੇ, ਜਦੋਂ ਸਮਾਪਤੀ ਕਰਕੇ ਅਕਾਲ ਦੇ ਸਨਮੁਖ ਸੀਸ ਝੁਕਾਵਾਂਗੇ, ਤੁਸੀਂ ਆਪਣੀ ਤਲਵਾਰ ਦਾ ਵਾਰ ਕਰ ਲੈਣਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੱਚਮੁੱਚ ਸ਼ਹੀਦ ਹੋਣ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਆਪਣੀ ਰਸਨਾ ਤੋਂ ਕੀਤਾ। ਖੈਰ, ਮੈਂ ਜ਼ਿਆਦਾ ਡਿਟੇਲ 'ਚ ਨਹੀਂ। ਜਪਜੀ ਸਾਹਿਬ ਦੀ ਆਰੰਭਤਾ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਜਿਸ ਮੂਲ ਮੰਤਰ ਕਹਿੰਦੇ ਆ, ਮੰਗਲ ਕਹਿੰਦੇ ਆ, ਇਸ ਤੋਂ ਕੀਤੀ ਹੈ। ਸਭ ਤੋਂ ਪਹਿਲਾਂ ਦਾਤਾਰ ਜੀ ਨੇ, ਜਿਸ ਨੂੰ ਸਿੱਖ ਨੇ ਪੂਜਣਾ ਹੈ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਸੇਵਾਦਾਰ ਨੇ, ਬਾਣੀ ਪੜ੍ਹਨ ਵਾਲੇ ਨੇ, ਜਿਹਦੀ ਉਪਾਸਨਾ ਕਰਨੀ ਹੈ, ਆਖਰ ਉਹ ਕੌਣ ਹੈ, ਉਹਦੇ ਗੁਣ ਕੀ ਨੇ, ਉਹਦੇ ਲੱਛਣ ਕੀ ਨੇ, ਸਭ ਤੋਂ ਪਹਿਲਾਂ ਸਤਿਗੁਰਾਂ ਨੇ ਇੱਥੇ ਬਖਸ਼ਿਸ਼ ਕੀਤੀ। ਤੇ ਸਭ ਤੋਂ ਪਹਿਲਾ ਸ਼ਬਦ ਕਹੇ, ਬਚਨ ਕਹੇ, ਇੱਕ ਓੰਕਾਰ। ਮੈਂ ਬੇਨਤੀ ਕਰਾਂਗਾ, ਆਪਾਂ ਸ਼ਾਇਦ ਅੱਜ ਐਦਕੀ ਸਾਖੀਆਂ ਜਾਂ ਇਤਿਹਾਸ ਦੇ ਅੱਗੇ ਵੀ ਮੈਂ ਯਤਨ ਕਰਨਾ ਘੱਟ, ਕਿਉਂਕਿ ਆਪਣਾ ਧਿਆਨ ਸਿਰਫ ਅਰਥਾਂ ਵੱਲ ਹੋਣਾ। ਹੁਣ ਇੱਕ ਇਹਦਾ ਪਾਠ ਜੋ ਸਾਨੂੰ ਉਚਾਰਨ ਕਰਾਇਆ ਗਿਆ, ਇੱਕ ਓੰਕਾਰ, 3 ਹਿੱਸਿਆਂ 'ਚ ਪਾਠ ਹੁੰਦਾ, ਏਕਮਕਾਰ ਨਹੀਂ, ਇੱਕ ਓੰਕਾਰ। ਹੁਣ ਜਿਹੜਾ ਇਹ ਆਰੰਭਤਾ ਹੈ, ਇਹ ਅੱਖਰ ਤੋਂ ਨਹੀਂ, ਬੇਨਤੀ ਹੈ, ਅੱਖਰ ਤੋਂ ਨਹੀਂ। ਠੀਕ ਹੈ, ਅਸੀਂ ਓੰਕਾਰ ਜਦੋਂ ਪੜ੍ਹਨੇ ਆ ਤੇ ਸਾਡੇ ਗੁਰਮੁਖੀ ਵਿੱਚ ਜਿਹੜਾ ਊੜਾ ਹੈ, ਉਹਨੂੰ ਖੁੱਲਾ ਕਰਕੇ ਗੁਰਦੇਵ ਨੇ ਓਂਗ ਦੀ ਆਵਾਜ਼ ਦੇ ਦਿੱਤੀ, ਤੇ ਉੱਤੇ ਜਿਹੜੀ ਲਕੀਰ ਖਿੱਚੀ ਹੈ, ਉਹਦਾ ਅਸੀਂ ਉਚਾਰਨ ਕਾਰ ਕਰਨੇ ਹਾਂ। ਇਹ ਸੰਸਕ੍ਰਿਤ ਦਾ ਪਛੇਤਰ ਕਿਹਾ ਜਾਂਦਾ ਵੈਸੇ, ਪਰ ਜੋ ਹਜ਼ੂਰ ਨੇ ਆਰੰਭਤਾ ਕੀਤੀ, ਉਹਨਾਂ ਨੇ ਇੱਕ ਤੋਂ ਕੀਤੀ। ਇਹ ਆਪ ਨਾਲ ਕਈ ਵਾਰੀ ਸਾਂਝ ਪਾਈ ਹੈ। ਓਮ ਸ਼ਬਦ, ਓੰਕਾਰ ਸ਼ਬਦ, ਓੰਗ ਸ਼ਬਦ, ਇਹ ਪੂਰਬ ਦੇ ਧਰਮ ਗ੍ਰੰਥਾਂ ਵਿੱਚ ਬਹੁਤ ਵਰਤਿਆ ਹੈ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਹਦੀ ਭਰਪੂਰ ਵਰਤੋਂ ਕੀਤੀ ਗਈ। ਓਮ ਸ਼ਬਦ ਵੀ ਵਰਤਿਆ, ਓਮ ਨਮੋ ਭਗਵੰਤ ਗੁਸਾਈ। ਗੁਰੂ ਗ੍ਰੰਥ ਸਾਹਿਬ ਵਿੱਚ ਓਨਮ ਅੱਖਰ ਕਰੋ ਵਿਚਾਰ, ਜਾਂ ਸਤਿਗੁਰੂ ਕਹਿੰਦੇ ਆ ਓੰਕਾਰ ਆਦ ਮੈਂ ਜਾਨਾ। ਇਹ ਸ਼ਬਦ ਦੀ ਓੰਕਾਰ, ਓਮ, ਓਨਮ, ਇਹ ਸ਼ਬਦ ਵਰਤੇ। ਤੇ ਗੁਰੂ ਗ੍ਰੰਥ ਸਾਹਿਬ ਅੰਦਰ ਸਤਿਗੁਰਾਂ ਨੇ ਸੱਚ ਇਹ ਵੇ ਕਿ ਇੱਕ ਓੰਕਾਰ ਦੀ ਥਾਂ ਤੇ ਜ਼ਿਆਦਾਤਰ ਸ਼ਬਦ ਏਕੰਕਾਰ ਵਰਤਿਆ ਹੈ। ਫਿਰ ਬੇਨਤੀ ਸੁਣਿਓ, ਅਸੀਂ ਜਦੋਂ ਪਾਠ ਕਰਨੇ ਆ ਕਿ ਜਲ ਥਲ ਮਈਲ ਪੂਰਿਆ, ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ, ਏਕੰਕਾਰ। ਸੱਚ ਇਹ ਉੱਥੇ ਏਕੰਕਾਰ ਸ਼ਬਦ ਵਰਤਿਆ ਹੈ। ਜੋ ਸਾਨੂੰ ਪੜ੍ਹਾਇਆ ਗਿਆ ਉਹ ਹੈ ਇੱਕ ਓੰਕਾਰ। ਸਭ ਤੋਂ ਪਹਿਲਾਂ ਬੇਨਤੀ ਜੀ, ਇਸ ਗੱਲ ਨੂੰ, ਹਾਲਾਂਕਿ ਇਹਦੀ ਕੋਈ ਮੁਕੰਮਲ ਵਿਆਖਿਆ ਨਹੀਂ ਕਰ ਸਕੇਗਾ, ਸਭ ਤੋਂ ਪਹਿਲਾਂ ਸਤਿਗੁਰਾਂ ਨੇ ਗਿਣਤੀ ਵਿੱਚ, ਵੈਸੇ ਵਿਦਵਾਨ ਕਹਿੰਦੇ ਨੇ ਸੰਗਿਆਵਾਚਕ ਹੈ, ਸੰਖਿਆਵਾਚਕ ਨਹੀਂ, ਸਭ ਤੋਂ ਪਹਿਲਾਂ ਇੱਕ ਲਿਆ। ਆਪਾਂ ਜਪਜੀ ਸਾਹਿਬ ਦੇ ਪਾਠ ਵੀ ਦੇਖਾਂਗੇ, ਜਿਹੜਾ ਇੱਕ ਅਸੀਂ ਉਚਾਰਨ ਕਰਨੇ ਆ, ਉਹ ਅੱਖਰਾਂ ਵਿੱਚ ਵੀ ਆਇਆ। ਈੜੀ ਨੂੰ ਸਿਹਾਰੀ ਤੇ ਕੱਕੇ ਨੂੰ ਔਂਕੜ, ਇੱਕ ਇੱਕ ਪਾਠ ਹੁੰਦਾ। ਈੜੀ ਨੂੰ ਸਿਹਾਰੀ, ਕੱਕੇ ਨੂੰ ਸਿਹਾਰੀ, ਇੱਕ। ਈੜੀ ਨੂੰ ਸਿਹਾਰੀ, ਕੱਕਾ ਮੁਕਤਾ। ਹੁਣ ਪਾਠ ਤਾਂ ਇਸ ਇੱਕ ਹੀ ਹੈ ਨਾ, ਪਰ ਸਤਿਗੁਰਾਂ ਨੇ ਓੰਕਾਰ ਤੋਂ ਪਹਿਲਾਂ, ਮੈਂ ਬੇਨਤੀ ਕਰਾਂਗਾ, ਇੱਕ ਲਿਖਿਆ, ਤੇ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਸੈਂਕੜੇ ਵਾਰੀ ਇਹ ਸ਼ਬਦ ਦੀ ਵਰਤੋਂ ਕੀਤੀ। 33 ਵਾਰੀ ਤਾਂ ਗੁਰਪ੍ਰਸਾਦ ਤੱਕ ਜਿਹੜਾ ਮੁਕੰਮਲ ਆਇਆ। ਇੱਕ ਓੰਕਾਰ ਸਤਿਗੁਰ ਪ੍ਰਸਾਦ 523 24 ਵਾਰ ਆਇਆ। ਇੱਕ ਓੰਕਾਰ ਸਤਨਾਮ ਕਰਤਾਪੁਰ ਗੁਰਪ੍ਰਸਾਦ ਵੀ ਆਇਆ। ਮੇਰੇ ਕਹਿਣ ਤੋਂ ਮੁਰਾਦ ਗੁਰਦੇਵ ਨੇ ਇਸ ਇੱਕ ਓੰਕਾਰ ਦੀ ਵਰਤੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੈਂਕੜੇ ਵਾਰੀ ਕੀਤੀ, ਪਰ ਸੈਂਕੜੇ ਵਾਰੀ ਸਾਰੀਆਂ ਥਾਵਾਂ ਤੇ ਸਰਲੇਖ ਰੂਪ ਵਿੱਚ ਕੀਤੀ। ਜਿੱਥੇ ਮੰਗਲ ਆਇਆ ਨਾ ਜੀ, ਚਲੋ ਹੈਡਿੰਗ ਸ਼ਬਦ ਨਾ ਵਰਤਾ, ਮੰਗਲ ਰੂਪ ਵਿੱਚ ਕੀਤੀ। ਪਰ ਇਸ ਦਾ ਕਾਰਨ ਕੀ? ਬੇਨਤੀ ਹੈ, ਹੁਣ ਇਹ ਸ਼ਬਦ ਜਿਹੜਾ ਓਮ ਹੈ, ਇਹ ਬ੍ਰਹਮਵਾਚਕ ਵੀ ਆਇਆ ਹੈ। ਇੱਥੇ ਯਾਦ ਰੱਖਿਓ, ਖੁਸ਼ੀ ਹੋਵੇ ਜੀ ਆਇਆਂ ਨਹੀਂ ਅਸੀਂ ਅਰਥ ਕਰਾਂਗੇ ਓਮ ਦੇ। ਇੱਥੇ ਓਮ, ਇਹਦੇ ਅਰਥ ਮੈਂ ਕਰ ਲੱਗਾ ਇੱਕ ਓੰਕਾਰ। ਪਹਿਲਾਂ ਸ਼ੁਰੂ ਕਰਾਂਗੇ ਓੰਗ ਤੋਂ, ਫਿਰ ਇੱਕ ਦੀ ਗੱਲ ਕਰਨੇ। ਹੁਣ ਜਿਹੜਾ ਇਹ ਓਮ ਸ਼ਬਦ ਹੈ, ਇਹ ਬ੍ਰਹਮਵਾਚਕ ਹੈ। ਵਿਦਵਾਨ ਕਹਿੰਦੇ ਆ ਵੀ ਗੁਰਦੇਵ ਨੇ ਇੱਕ ਕਿਉਂ ਨਾਲ ਲਾ ਦਿੱਤਾ?
ਚਲੋ ਇਹ ਬ੍ਰਹਮਵਾਚਕ ਸ਼ਬਦ ਸੀ। ਈਵਨ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਹਦਾ ਮੈਰਜ ਕੀਤੀ, ਕਾਫੀ ਵਰਤੋਂ ਕੀਤੀ। ਹੋਇਆ ਕਿ ਵਿਆਖਿਆ ਕਰਦਿਆਂ ਇਸ ਓਮ ਸ਼ਬਦ ਨੂੰ ਜਿਹੜਾ ਬ੍ਰਹਮਵਾਚਕ ਸੀ, ਬ੍ਰਹਮਵਾਚਕ ਸਮਝ ਕੇ ਪ੍ਰਮਾਤਮਾ ਦਾ ਲਾਇਕ, ਉਹਦੀ ਲਖਾਇਕ, ਉਹਦੀ ਨਾਦ, ਕੀ ਕੀਤਾ ਰਿਸ਼ੀਆਂ ਵਿਦਵਾਨਾਂ ਨੇ, ਇਸ ਓਮ ਲਫ਼ਜ਼ ਦੀ ਧੁਨੀ ਨੂੰ ਲਮਕਾ ਕੇ, ਸਾਊਂਡ ਨੂੰ ਲਮਕਾ ਕੇ ਇਹਦੇ 3 ਟੁਕੜੇ ਕਰ ਦਿੱਤੇ। ਉਹ ਕਹਿੰਦੇ ਨੇ ਐੜਾ, ਊੜਾ ਤੇ ਮੰਮਾ, ਇਹ 3 ਧੁਨੀ ਦੇ 3 ਟੁਕੜੇ ਬਣਾ ਦਿੱਤੇ। ਓਮ, ਐੜਾ, ਊੜਾ ਤੇ ਮੰਮਾ, ਜਦੋਂ ਸਨਾਦ ਦੇ ਸਾਊਂਡ ਦੇ 3 ਟੁਕੜੇ ਕੀਤੇ, ਇਸ ਓਮ ਦੇ ਅਰਥ ਪਲਟ ਕੇ ਉਹਨਾਂ ਨੇ ਕਰ ਦਿੱਤੇ, ਇਹ ਸ਼ਬਦ ਬ੍ਰਹਮਾ, ਵਿਸ਼ਨ ਔਰ ਮਹੇਸ਼ ਕਾ ਲਖਾਇਕ ਹੈ। ਉਹ 3 ਦੇਵਤੇ ਚ ਵੰਡ ਦਿੱਤਾ। ਹੁਣ ਉਹਨਾਂ ਕੀ ਕੀਤਾ ਜੀ, ਇਸ ਨਾਦ ਦੇ, ਇਸ ਸਾਊਂਡ ਦੇ 3 ਟੁਕੜੇ ਬਣਾ ਦਿੱਤੇ ਵੀ ਇਹ ਬ੍ਰਹਮਾ, ਵਿਸ਼ਨ ਔਰ ਮਹੇਸ਼ ਦੇਵਤਿਆਂ ਦਾ ਲਖਾਇਕ ਹੈ। ਗੁਰੂ ਸਾਹਿਬ ਜੀ ਨਹੀਂ ਦੇਖਿਆ। ਕਈਆਂ ਨੇ ਫਿਰ ਇਹਦੇ ਅਰਥ ਕੀਤੇ, ਇਹ ਰਜ ਗੁਣ, ਤਮ ਗੁਣ ਔਰ ਸਤ ਗੁਣ ਕਾ ਲਖਾਇਕ ਹੈ। ਇਹ ਮਾਇਆ ਦੇ 3 ਗੁਣਾ, ਉਹ ਵੀ 3 ਗੁਣ ਹੀ ਨੇ। ਗੁਰੂ ਸਾਹਿਬ ਜੀ ਨੇ ਸਭ ਤੋਂ ਪਹਿਲੀ ਕਿਰਪਾ ਕੀਤੀ, ਉਹਨਾਂ ਨੇ ਓਮ ਸ਼ਬਦ ਜਿਹੜਾ ਹੈ ਉਹਨੂੰ ਬ੍ਰਹਮਵਾਚਕ ਰੱਖਦਿਆਂ ਹੋਇਆਂ, ਇਸ ਤੋਂ ਪਹਿਲਾਂ ਸੰਖਿਆ ਵੈ ਸੰਗਿਆਵਾਚਕ, ਪਰ ਗਿਣਤੀ ਤਾਂ ਆਈ ਨਾ, ਉੱਥੇ 1 ਲਿਖ ਦਿੱਤਾ, 1 ਪਾ ਦਿੱਤਾ। ਬਹੁਤ ਕਮਾਲ ਕੀਤੀ ਮਹਾਰਾਜ ਜੀ ਨੇ। ਸਭ ਤੋਂ ਪਹਿਲਾਂ ਖਾਲਸਾ ਜੀ, ਤੁਹਾਡਾ ਅਧਿਆਤਮਕਤਵਾਦ ਵਿੱਚ ਨਿਆਰਾਪਨ ਇੱਕ ਓੰਕਾਰ ਤੋਂ ਸ਼ੁਰੂ ਹੋ ਜਾਂਦਾ ਹੈ। 1 ਲਿਖਿਆ ਮਹਾਰਾਜ ਜੀ ਨੇ, ਅੱਖਰਾਂ 'ਚ ਨਹੀਂ ਲਿਖਿਆ। ਸਤਿਗੁਰੂ ਨੇ ਸੰਖਿਆ ਵਰਤੀ। ਮੈਂ ਬੇਨਤੀ ਕੀਤੀ, ਵਿਆਕਰਨ ਜਾਣਨ ਵਾਲੇ ਨੂੰ ਪਤਾ ਹੈ, ਸੰਗਿਆਵਾਚਕ ਸੰਖਿਆ ਵਰਤੀ 1। ਇਸ ਨੂੰ ਫਿਰ ਸੁਣਿਓ। ਜਿਵੇਂ ਮੈਂ ਹੁਣ ਸ਼ਬਦ ਬੋੜਿਆ ਕਿ ਈੜੀ ਨੂੰ ਸਿਹਾਰੀ, ਕੱਕੇ ਨੂੰ ਔਂਕੜ 1, ਪੜਿਆ ਤਾਂ 1 ਹੈ ਨਾ ਜੀ, ਇਹ ਆਵੇਗਾ ਬਾਣੀ 'ਚ। ਇਸ 1 ਦੇ ਅਰਥ ਹੋਣਗੇ 1 ਵਚਨ, 1 ਪਰਮਾਤਮਾ, 1 ਕਿਸੇ ਚੀਜ਼ ਲਈ ਵੀ। ਜਦੋਂ ਇਹ ਪਾਠ ਕਰਾਂਗੇ, ਈੜੀ ਨੂੰ ਸਿਹਾਰੀ, ਕੱਕੇ ਨੂੰ ਸਿਹਾਰੀ, ਉਚਾਰਨ ਤਾਂ 1 ਹੈ ਨਾ, ਪਰ ਸ਼ਬਦ ਅਰਥ ਬਦਲ ਗਿਆ, ਕਿਉਂਕਿ ਇੱਥੇ 1 ਦਾ ਅਰਥ ਹੋ ਜਾਏਗਾ ਕਈ। ਇੱਕ ਨਾ ਹੁਕਮੀ ਬਖਸ਼ੀਸ, 1 ਹੁਕਮੀ, ਉਹ ਈੜੀ ਨੂੰ ਸਿਹਾਰੀ, ਕੱਕੇ ਨੂੰ ਸਿਹਾਰੀ ਹੈ ਜੀ। ਇੱਥੇ ਸਤਿਗੁਰਾਂ ਨੇ ਇੱਕ ਬਖਸ਼ਿਸ਼ ਕੀਤੀ। ਉਹਨਾਂ ਨੇ ਓੰਕਾਰ ਤੋਂ ਪਹਿਲਾਂ 1 ਲਿਖ ਕੇ, ਸੰਗਿਆਵਾਚਕ ਸੰਖਿਆ ਹੈ, ਵੈਸੇ ਅੱਖਰ ਗਿਣਤੀ ਹੈ, 1 ਲਿਖ ਕੇ ਇਹ ਬਿਲਕੁਲ ਸਿੱਧ ਕਰ ਦਿੱਤਾ ਕਿ ਚੇਤੇ ਰੱਖਿਓ ਉਹ ਕੇਵਲ 1 ਹੈ, ਤੇ ਯਾਦ ਰੱਖੋ ਉਸ 1 ਵਰਗਾ ਹੋਰ ਕੋਈ 1 ਹੈ ਹੀ ਨਹੀਂ। ਇਸ ਕਰਕੇ ਦਾਤਾਰ ਨੇ ਸਭ ਤੋਂ ਪਹਿਲਾਂ ਸ਼ਬਦ ਵਰਤਿਆ, ਓੰਕਾਰ ਤੋਂ ਪਹਿਲਾਂ ਸ਼ਬਦ ਵਰਤਿਆ 1 ਸ਼ਬਦ ਵਰਤਿਆ, ਤੇ ਸਾਰੀ ਗੁਰਬਾਣੀ ਨੇ 1 ਦੇ ਉੱਤੇ ਜ਼ੋਰ ਦਿੱਤਾ। ਆਪ ਪਾਠ ਕਰਦੇ ਹੋ, ਬਸ ਇੰਨਾ ਕੁ ਫਰਕ ਹੈ, ਗੁਰੂ ਸਾਹਿਬ 1 ਤੋਂ ਅਨੇਕਤਾ ਵਿੱਚ ਲੈ ਕੇ ਜਾਂਦੇ ਆ, ਤੇ ਅਨੇਕਤਾ ਵਿੱਚੋਂ ਫਿਰ 1 ਦੀਆਂ ਝਲਕਾਂ ਮਰਵਾ ਦਿੰਦੇ ਆ। ਇਹ ਨਹੀਂ ਕਿ ਆਪਾਂ ਕਹਿ ਦਿੱਤਾ 1 ਜੀ, 1 ਦਾ ਮਤਲਬ ਹੋ ਗਿਆ ਕੇਵਲ ਗੁਰਦੁਆਰੇ। ਮਹਾਰਾਜ ਕਹਿੰਦੇ ਆ, ਅਮਾਨ ਹੈ, ਨਿਦਾਨ ਹੈ, ਅਨੇਕ ਹੈ, ਫਿਰ 1 ਹੈ। 1 ਓੰਕਾਰ, ਉਹ 1 ਹੈ। ਦੂਸਰੀ ਗੱਲ, ਕੌਣ? ਓਮ ਬ੍ਰਹਮ, ਤੇ ਪਿਛੇਤਰ ਕਾਰ ਲਾ ਕੇ, ਲਕੀਰ ਜਿਹਨੂੰ ਕਹਿ ਰਹੇ ਆ, ਕਾਰ ਪਿਛੇਤਰ ਲਾ ਕੇ ਕਹਿ ਦਿੱਤਾ ਉਹ 1 ਹੈ, ਪਰ 1 ਥਾਂ ਤੇ ਮੌਜੂਦ ਨਹੀਂ। 1 ਹੋਣ ਦੇ ਬਾਵਜੂਦ 1 ਰਸ ਸਰਬ ਵਿਆਪਕ ਹੈ। ਹਿੰਦੂ ਫਿਲਾਸਫੀ ਦਾ ਇੱਕ ਪੱਖ ਕਹਿੰਦਾ ਹੈ ਕਿ ਸਾਰੀ ਸ੍ਰਿਸ਼ਟੀ ਦੀ ਰਚਨਾ ਦਾ ਰਚੈਤਾ ਬ੍ਰਹਮਾ ਹੈ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਬ੍ਰਹਮਾ ਦੀ ਰਚਨਾ ਕਰਨ ਵਾਲਾ ਵੀ ਓੰਕਾਰ ਹੈ। ਪਰਮਾਤਮਾ 1 ਹੈ। ਦੂਸਰੀ ਗੱਲ, 1 ਹੋ ਕੇ ਉਹ ਅਨੇਕਤਾ ਵਿੱਚ ਵਰਤਦਾ ਪਿਆ ਹੈ। ਓੰਗ 1 ਹੈ, ਕਾਰ 1 ਹੋ ਕੇ ਉਹ 1 ਰਸ ਸਾਰੀਆਂ ਥਾਵਾਂ ਤੇ ਸਰਬ ਵਿਆਪਕ ਹੈ। ਸਭ ਤੋਂ ਪਹਿਲਾਂ ਮਹਾਰਾਜ ਨੇ ਸਾਨੂੰ ਇਹ ਗੱਲ ਕਹੀ, ਤੇ ਇਸੇ ਨੂੰ ਬਾਣੀ 'ਚ ਕਿਹਾ, ਏਕੋ ਜਪ, ਏਕੋ ਸਾਲਾਹੇ, ਏਕ ਸਿਮਰ, ਏਕੋ ਮਨ ਆਹੇ। 1 ਓੰਕਾਰ ਤੋਂ ਅੱਗੇ ਫਿਰ ਮਨ 'ਚ ਉਹਦੇ ਗੁਣ ਕਿਹੜੇ ਆ?